हाँ जी रजी, गुड मॉर्निंग टू ऑल। टुडे इज योर ਲੈਕਚਰ ऑफ प्रिंसिपल्स ऑफ बिजनेस मैनेजमेंट, जिस ਦਾ टॉपिक है रजी मैनेजमेंट प्रोसैस। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਕਿ ਮੈਨੇਜਮੈਂਟ ਪ੍ਰੋਸੈਸ ਹੁੰਦੀ ਕੀ ਹੈ। ਤਾਂ ਰਜੀ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਮੈਨੇਜਮੈਂਟ ਦਾ ਤੁਹਾਨੂੰ ਮੀਨਿੰਗ ਕਲੀਅਰ ਹੋਊਗਾ ਕਿ ਜਦੋਂ ਆਪਾਂ ਕਿਸੇ ਵੀ ਕੰਮ ਨੂੰ ਸਿਸਟੇਮੈਟਿਕ ਵੇ ਦੇ ਨਾਲ ਕਰਨ ਲਈ ਕੁਝ ਰੂਲਸ ਨੂੰ, ਕੁਝ ਪ੍ਰਿੰਸੀਪਲਸ ਨੂੰ ਫੋਲੋ ਕਰਦੇ ਹਾਂ, ਉਹਨਾਂ ਨੂੰ ਆਪਾਂ ਬੋਲਦੇ ਹਾਂ ਮੈਨੇਜਮੈਂਟ। ਅਤੇ ਜਿਹੜਾ ਪਰਸਨ ਇਸ ਮੈਨੇਜਮੈਂਟ ਦਾ ਕੰਮ ਕਰਦਾ ਹੈ ਉਸ ਪਰਸਨ ਨੂੰ ਬੋਲਿਆ ਜਾਂਦਾ ਰਜੇ ਮੈਨੇਜਰ। ਤਾਂ ਮੈਨੇਜਮੈਂਟ ਦੀ ਪ੍ਰੋਸੈਸ ਕੀ ਹੁੰਦੀ ਹੈ ਰਜੇ ਕਿ ਜਿਸ ਵੇ ਦੇ ਨਾਲ ਕਿ ਸਿਸਟੇਮੈਟਿਕ ਐਕਟੀਵਿਟੀਜ਼ ਨੇ ਜਿਹੜੀਆਂ ਇੱਕ ਬਿਜ਼ਨਸ ਦੀਆਂ ਕੀਤੀਆਂ ਜਾਣਗੀਆਂ ਉਹਨਾਂ ਨੂੰ ਬੋਲਿਆ ਜਾਂਦਾ ਹੈ ਮੈਨੇਜਮੈਂਟ ਪ੍ਰੋਸੈਸ। ਤਾਂ ਸਭ ਤੋਂ ਪਹਿਲਾਂ ਰਜੇ ਹੈਗੇ ਨੇ ਤੁਹਾਨੂੰ ਫੀਚਰਸ ਨੇਗੀਆਂ ਮੈਨੇਜਮੈਂਟ ਪ੍ਰੋਸੈਸ ਦੀਆਂ। ਸਭ ਤੋਂ ਪਹਿਲੇ ਹੈਗੀ ਹੈ ਸੋਸ਼ਲ ਪ੍ਰੋਸੈਸ। ਤਾਂ ਮੈਨੇਜਮੈਂਟ ਨੂੰ ਇੱਕ ਸੋਸ਼ਲ ਪ੍ਰੋਸੈਸ ਰਿਗਾਰਡ ਕੀਤਾ ਜਾਂਦਾ ਹੈ ਕਿਉਂਕਿ ਜੋ ਮੈਨੇਜਮੈਂਟ ਹੈ ਕਿ ਉਹ ਕੀ ਕਰਦੀ ਹੈ, ਸੁਸਾਇਟੀ ਦੇ ਉੱਤੇ ਰੂਲ ਕਰਦੀ ਹੈ। ਇਟ ਮੀਨਸ ਦੈਟ ਕਿ ਮੈਨੇਜਮੈਂਟ ਉੱਥੇ ਕੀਤੀ ਜਾਊਗੀ ਜਿੱਥੇ ਗਰੁੱਪ ਆਫ ਪੀਪਲ ਹੋਣਗੇ, ਅਤੇ ਜਿੱਥੇ ਗਰੁੱਪ ਆਫ ਪੀਪਲ ਉਹ ਕਿੱਥੋਂ ਆਉਂਦੇ ਨੇ, ਉਹ ਆਉਂਦੇ ਨੇ ਆਪਣੀ ਸੁਸਾਇਟੀ ਦੇ ਵਿੱਚੋਂ। ਤਾਂ ਸੈਕਿੰਡਲੀ ਹੈ ਜੇ ਕੰਟੀਨਿਊਸ ਪ੍ਰੋਸੈਸ ਕਿ ਜਿਹੜੀ ਮੈਨੇਜਮੈਂਟ ਹੈ ਉਹ ਕੰਟੀਨਿਊ ਕੀ ਹੈ, ਚੱਲਦੀ ਰਹਿੰਦੀ ਹੈ। ਜਿਹੜਾ ਇਸ ਦਾ ਸਾਈਕਲ ਹੈ ਉਹ ਮਤਲਬ ਕਿਤੇ ਵੀ ਨਹੀਂ ਰੁਕਦਾ। ਇਸ ਤੋਂ ਇਲਾਵਾ ਇਸ ਦੀਆਂ ਜਿਹੜੀਆਂ ਮੇਨ ਪ੍ਰੋਸੈਸਿਸ ਹੁੰਦੀਆਂ ਨੇ ਉਹਨਾਂ ਦੇ ਅੰਡਰ ਕੀ ਹੋਣਗੀਆਂ, ਸਬ ਪ੍ਰੋਸੈਸਿਸ ਹੋਣਗੀਆਂ। ਥਰਡ ਹੈ ਰਜੇ ਯੂਨੀਵਰਸਲ ਕਿ ਮੈਨੇਜਮੈਂਟ ਨੂੰ ਆਪਾਂ ਇੱਕ ਯੂਨੀਵਰਸਲ ਫਿਨੋਮੀਨਾ ਮੰਨਦੇ ਹਾਂ। ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਇਹਨੂੰ ਆਪਾਂ ਕਿਸੇ ਕੰਟਰੀਜ਼ ਦੇ ਆਪਣੇ ਬਾਊਂਡਰੀਜ਼ ਦੇ ਵਿੱਚ ਇਹਨੂੰ ਕਨਫਾਈਨਡ ਕਰ ਦਿੰਦੇ ਹਾਂ, ਕਿਉਂਕਿ ਇਟ ਮੀਨਸ ਦੈਟ ਕਿ ਜਿਹੜੀਆਂ ਮੈਨੇਜਮੈਂਟ ਦੀਆਂ ਪ੍ਰੋਸੈਸਿਸ ਨੇ ਇੱਕ ਜੋਗਰਾਫੀਕਲ ਏਰੀਆ ਦੇ ਉੱਤੇ ਬੇਸਡ ਨਹੀਂ ਹੁੰਦੀਆਂ। ਜੋ ਮੈਨੇਜਮੈਂਟ ਦੀਆਂ ਪ੍ਰੋਸੈਸਿਸ ਆਪਾਂ ਆਪਣੇ ਏਰੀਆ ਦੇ ਵਿੱਚ ਕਰ ਰਹੇ ਹਾਂ ਉਹ ਹੀ ਵਰਲਡ ਵਾਈਡਲੀ ਉਹੀ ਚੱਲਦੀਆਂ ਨੇ। ਅਤੇ ਇਸ ਤੋਂ ਇਲਾਵਾ ਫੋਰਥ ਪੁਆਇੰਟ ਹੈ ਰਜੇ ਇਟੀਰੇਟਿਵ। ਇਟੀਰੇਟਿਵ ਦਾ ਮਤਲਬ ਕੀ ਹੁੰਦਾ ਹੈ ਕਿ ਕਿਸੇ ਕੰਮ ਨੂੰ ਕਰਨ ਦੀ ਫ੍ਰੀਕੁਐਂਸੀ ਆਪਣੀ ਕਿੰਨੀ ਹੈ, ਕਿ ਜਦੋਂ ਕਿਸੇ ਵਰਕ ਨੂੰ ਵਧੀਆ ਢੰਗ ਦੇ ਨਾਲ ਕਰਨ ਦੇ ਲਈ ਆਪਾਂ ਉਹਨੂੰ ਕੀ ਕਰਦੇ ਹਾਂ, ਰੈਪੀਟੇਸ਼ਨ ਦੇ ਵਿੱਚ ਰੱਖਦੇ ਹਾਂ। ਤਾਂ ਸੇਮ ਕੀ ਹੈ, ਕਹਿੰਦੇ ਜਿਹੜੀ ਮੈਨੇਜਮੈਂਟ ਦੀ ਪ੍ਰੋਸੈਸ ਹੈ ਉਸ ਦੇ ਵਿੱਚ ਕੀ ਹੁੰਦਾ ਜੇ ਕਿ ਇੱਕ ਵਰਕ ਜਦੋਂ ਫਿਨਿਸ਼ ਹੋ ਜਾਂਦਾ ਹੈ ਜਾਂ ਇੱਕ ਫੇਜ਼ ਨੂੰ ਤੁਸੀਂ ਫਿਨਿਸ਼ ਕਰ ਦਿੰਦੇ ਹੋ, ਉਸ ਤੋਂ ਬਾਅਦ ਹੀ ਜੋ ਸੈਕਿੰਡ ਫੇਜ਼ ਹੈ ਉਹ ਸਟਾਰਟ ਹੁੰਦਾ ਹੈ। ਤਾਂ ਮਤਲਬ ਜਿਵੇਂ ਲਗਾ ਲਓ ਕਿ ਮੈਨੇਜਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਕੀ ਕਰਦੇ ਹੋ, ਪਲਾਨਿੰਗ ਹੁੰਦੀ ਹੈ ਹੈ ਨਾ, ਫਿਰ ਔਰਗੇਨਾਈਜ਼ਿੰਗ ਹੁੰਦੀ ਹੈ, ਫਿਰ ਡਾਇਰੈਕਟਿੰਗ ਹੁੰਦੀ ਹੈ, ਫਿਰ ਕੰਟਰੋਲਿੰਗ ਹੁੰਦੀ ਹੈ। ਮਤਲਬ ਕੀ ਹੈ, ਸਾਰਾ ਕੁਛ ਇੱਕ ਸਿਸਟੇਮੈਟਿਕ ਵੇ ਦੇ ਨਾਲ ਚੱਲਦਾ ਰਹਿੰਦਾ ਹੈ। ਇਹ ਨਹੀਂ ਹੈਗਾ ਕਿ ਮੈਨੇਜਮੈਂਟ ਦੀ ਪ੍ਰੋਸੈਸ ਨੂੰ ਤੁਸੀਂ ਕੰਟਰੋਲਿੰਗ ਤੋਂ ਸ਼ੁਰੂ ਕਰਕੇ ਪਲੈਨਿੰਗ ਤੱਕ ਲੈ ਕੇ ਜਾਓਗੇ। ਫਿਫਥ ਹੈ ਰਜੇ ਕੰਪੋਜ਼ਿਟ। ਕਹਿੰਦੇ ਜਿਹੜੇ ਮੈਨੇਜਮੈਂਟ ਦੇ ਸਾਰੇ ਫੰਕਸ਼ਨ ਹੋ ਗਏ ਉਹ ਕਿਨੇ ਇੱਕ ਦੂਸਰੇ ਦੇ ਨਾਲ ਕੰਪੋਜ਼ਿਟ ਹੁੰਦੇ ਨੇ ਅਤੇ ਇੰਟੀਗ੍ਰੇਟਡ ਹੁੰਦੇ ਨੇ। ਇਸ ਤੋਂ ਇਲਾਵਾ ਇਹਨਾਂ ਫੰਕਸ਼ਨ ਨੂੰ ਤੁਸੀਂ ਕੀ ਕਹਿ ਸਕਦੇ ਹੋ ਕਿ ਇੱਕ ਦੂਸਰੇ ਦੇ ਉੱਤੇ ਡਿਪੈਂਡ ਹੁੰਦੇ ਨੇ। ਕਿ ਮਤਲਬ ਜਦੋਂ ਇੱਕ ਫੰਕਸ਼ਨ ਪੂਰਾ ਹੋ ਜਾਂਦਾ ਹੈ ਤਾਂ ਉਸ ਨੂੰ ਐਨਾਲਾਈਜ਼ ਕਰਨ ਦੇ ਲਈ ਸੈਕਿੰਡ ਸਟੈਪ ਹੈ ਜਿਹੜਾ ਉਸ ਦੇ ਵਿੱਚ ਇਨਵੋਲਵ ਹੁੰਦਾ ਹੈ। ਆਫਟਰ ਦੈਟ ਹੈ ਰਜੇ ਕਲਾਸੀਫਿਕੇਸ਼ਨ ਹੈ ਮੈਨੇਜਮੈਂਟ ਫੰਕਸ਼ਨਸ ਦੀ। ਇਹ ਤੁਸੀਂ ਪ੍ਰੀਵੀਅਸਲੀ ਵੀ ਬਹੁਤ ਵਾਰ ਪੜ੍ਹਿਆ ਹੋਣਾ ਕਿ ਮੈਨੇਜਮੈਂਟ ਦੇ ਵਿੱਚ ਕੁਛ ਜਿਹੜੇ ਫੰਕਸ਼ਨਸ ਹੁੰਦੇ ਨੇਗੇ, ਜਿਵੇਂ ਫੋਰਕਾਸਟਿੰਗ, ਪਲਾਨਿੰਗ ਆ ਗਿਆ, ਠੀਕ ਹੈ। ਫੋਰਕਾਸਟਿੰਗ ਅਤੇ ਪਲੈਨਿੰਗ ਕੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ, ਚੀਜ਼ਾਂ ਨੂੰ ਫੋਰਕਾਸਟ ਕਰਦੇ ਹਾਂ। ਫੋਰਕਾਸਟ ਹੁੰਦਾ ਰਜੇ ਕਿ ਜਦੋਂ ਆਪਾਂ ਕੀ ਕਰਦੇ ਹਾਂ, ਲੁੱਕ ਇਨਟੂ ਫਿਊਚਰ, ਠੀਕ ਹੈ, ਕਿ ਫਿਊਚਰ ਬਾਰੇ ਸੋਚਦੇ ਹਾਂ। ਅਤੇ ਫਿਊਚਰ ਬਾਰੇ ਸੋਚ ਕੇ ਆਪਾਂ ਆਪਣੀ ਕੁਛ ਗੈਸ ਲਗਾਉਂਦੇ ਹਾਂ, ਉਹਨਾਂ ਦੀ ਬਿਹਾਫ ਦੇ ਉੱਤੇ ਹੀ ਆਪਣੀ ਜਿਹੜੀ ਪਲੈਨਿੰਗ ਹੈ ਉਹ ਹੁੰਦੀ ਹੈ ਕਿ ਜਿਵੇਂ ਆਪਾਂ ਸੋਚਦੇ ਹਾਂ ਕਿ ਕਿਸ ਤਰ੍ਹਾਂ ਦਾ ਬਿਜ਼ਨਸ ਹੈ ਜਿਹੜਾ ਉਹ ਫਿਊਚਰ ਦੇ ਵਿੱਚ ਸਰਵਾਈਵ ਕਰੂਗਾ। ਸੈਕਿੰਡਲੀ ਹੈ ਰਜੇ ਔਰਗੇਨਾਈਜ਼ਿੰਗ ਕਿ ਜਿਸ ਹਿਸਾਬ ਦੀ ਆਪਣੀ ਪਲਾਨਿੰਗ ਹੋਊਗੀ, ਠੀਕ ਹੈ, ਫੋਰਕਾਸਟਿੰਗ ਅਤੇ ਪਲਾਨਿੰਗ ਕਰਾਂਗੇ, ਫਿਰ ਉਸੇ ਹੀ ਹਿਸਾਬ ਦੇ ਨਾਲ ਆਪਾਂ ਆਪਣੇ ਰਿਸੋਰਸਿਸ ਨੂੰ ਔਰਗੇਨਾਈਜ਼ ਕਰਾਂਗੇ। ਥਰਡ ਹੈ ਰਜੇ ਕਮਾਂਡਿੰਗ। ਕਮਾਂਡਿੰਗ ਦੇ ਵਿੱਚ ਕੀ ਹੋਊਗਾ ਰਜੇ ਕਿ ਆਪਾਂ ਕਮਾਂਡਸ ਦੇਵਾਂਗੇ ਕਿ ਜਿਹੜੇ ਜਿਵੇਂ ਆਪਾਂ ਕਹਿ ਦਿੰਦੇ ਕਿ ਡਾਇਰੈਕਸ਼ਨ, ਠੀਕ ਹੈ, ਡਾਇਰੈਕਟਿਵ ਪ੍ਰਿੰਸੀਪਲਸ ਨੇ ਜਿਹੜੇ ਆਪਣੇ ਉਹ ਦੇਵਾਂਗੇ। ਫੋਰਥ ਹੈ ਰਜੇ ਕੋਆਰਡੀਨੇਸ਼ਨ ਕਿ ਉਹਨਾਂ ਸਾਰੇ ਹੀ ਜਿਹੜੀਆਂ ਐਕਟੀਵਿਟੀਜ਼ ਹੋਣਗੀਆਂ ਉਹਨਾਂ ਨੂੰ ਇੱਕ ਦੂਸਰੇ ਦੇ ਨਾਲ ਕੀ ਕਰਕੇ ਰੱਖਾਂਗੇ, ਕੋਆਰਡੀਨੇਸ਼ਨ ਦਾ ਵਿੱਚ ਸਾਰਾ ਕੁਝ ਚੱਲੂਗਾ। ਮਤਲਬ ਜਿਵੇਂ ਪਹਿਲੇ ਸਟੈਪ ਤੋਂ ਲੈ ਕੇ ਲਾਸਟ ਸਟੈਪ ਤੱਕ ਚੱਲਦਾ। ਅਤੇ ਉਸ ਤੋਂ ਬਾਅਦ ਜਿਹੜਾ ਇਹਦਾ ਲਾਸਟ ਸਟੈਪ ਆਉਂਦਾ ਉਹ ਆਉਂਦਾ ਕੰਟਰੋਲਿੰਗ ਦਾ ਕਿ ਉੱਪਰਲੇ ਸਾਰੇ ਫੰਕਸ਼ਨਸ ਦੇ ਬਿਹਾਫ ਦੇ ਉੱਤੇ ਆਪਾਂ ਇਸ ਨੂੰ ਕੀ ਕਰਾਂਗੇ, ਕੰਟਰੋਲਿੰਗ ਕਰਾਂਗੇ, ਠੀਕ ਹੈ। ਕਿ ਕਿਸ ਤਰ੍ਹਾਂ ਦੇ ਜਿਹੜੇ ਆਪਣੇ ਪ੍ਰੀਵੀਅਸ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਦੇ ਕੀ ਰਿਜ਼ਲਟ ਨੇਗੇ, ਉਹਨਾਂ ਦੇ ਬਿਹਾਫ ਦੇ ਉੱਤੇ ਫਿਰ ਆਪਾਂ ਇਹਨੂੰ ਕੀ ਕਰਾਂਗੇ, ਕੰਟਰੋਲ ਕਰਾਂਗੇ। ਉਸ ਤੋਂ ਬਾਅਦ ਜੀ ਅਲੱਗ-ਅਲੱਗ ਰਾਈਟਰਸ ਨੇ ਜਿਹੜੇ ਅਲੱਗ-ਅਲੱਗ ਫੰਕਸ਼ਨਸ ਨੇ ਮੈਨੇਜਮੈਂਟ ਦੇ ਦਿੱਤੇ ਨੇਗੇ, ਠੀਕ ਹੈ। ਜਿਵੇਂ ਲਦਰ ਗੁਲਿਕ ਨੇ ਕੀ ਕੀਤਾ, ਜਿਹੜੀ ਇਹ ਟਰਮ ਦਿੱਤੀ ਹੈ ਪੋਸਟ ਕੌਪ ਦੀ, ਉਹਨੇ ਪਲਾਨਿੰਗ, ਔਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੰਟਰੋਲਿੰਗ, ਰਿਪੋਰਟਿੰਗ, ਬਜਟਿੰਗ, ਇਹ ਸਾਰੀਆਂ ਟਰਮਸ ਉਹਨੇ ਦਿੱਤੀਆਂ ਨੇ। ਇਸ ਤੋਂ ਇਲਾਵਾ ਕੂੰਟਸ ਅਤੇ ਓਡੋਨਲ ਨੇ ਵੀ ਆਪਣੇ ਆਪਣੇ ਫੰਕਸ਼ਨ ਨੇ ਜਿਹੜੇ ਦੱਸੇ ਨੇ।
ਰਾਜੇ ਫੰਕਸ਼ਨ ਜਿਹੜੇ ਮੈਨੇਜਮੈਂਟ ਦੇ ਹੋਣਗੇ ਲਗਭਗ ਸਾਰੇ ਇੱਕੋ ਹੀ ਹੁੰਦੇ ਨੇ ਕਿ ਪਲਾਨਿੰਗ ਤੋਂ ਸ਼ੁਰੂ ਹੋ ਕੇ ਕੰਟਰੋਲਿੰਗ ਤੱਕ ਚੱਲਦੇ ਨੇ, ਬਟ ਉਹਨਾਂ ਦੇ ਕੁਛ ਨਾਮਸ ਜਿਹੜੇ ਉਹ ਅਲੱਗ ਹੋ ਜਾਂਦੇ ਨੇ ਅਤੇ ਵਿੱਚੋਂ ਕੁਛ ਜਿਹੜੀਆਂ ਐਕਟੀਵਿਟੀਜ਼ ਨੇਗੀਆਂ ਉਹ ਅਲੱਗ ਹੋ ਜਾਂਦੀਆਂ ਨੇ। ਇਸ ਕਰਕੇ ਜਿਹੜਾ ਹਰ ਇੱਕ ਰਾਈਟਰ ਹੈ ਉਹ ਆਪਣੇ ਹਿਸਾਬ ਦੇ ਨਾਲ ਇਹਨਾਂ ਨੂੰ ਕੀ ਡਿਸਕ੍ਰਾਈਬ ਕਰਦਾ। ਤਾਂ ਇੱਕ ਵਾਰ ਰਾਜੇ ਤੁਸੀਂ ਪੜ੍ਹ ਲਿਓ, ਠੀਕ ਹੈ। ਅਗਰ ਇਸ ਚੀਜ਼ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਜਿਸ ਤਰ੍ਹਾਂ ਬਹੁਤ ਵਧੀਆ ਚਾਰਟ ਬਣਾ ਕੇ ਤੁਹਾਨੂੰ ਦੱਸਿਆ ਹੋਇਆ ਹੈਗਾ, ਪਲਾਨਿੰਗ, ਕੰਟਰੋਲਿੰਗ, ਔਰਗਨਾਈਜ਼ਿੰਗ, ਕੋਆਰਡੀਨੇਸ਼ਨ, ਸਟਾਫਿੰਗ, ਡਾਇਰੈਕਸ਼ਨ, ਠੀਕ ਹੈ। ਤਾਂ ਇਹ ਸਾਰੀਆਂ ਚੀਜ਼ਾਂ ਕੀ ਬਿਲਕੁਲ ਬੇਸਿਕ ਪ੍ਰੋਸੈਸਿਸ ਨੇ। ਜਿਵੇਂ ਪਲਾਨਿੰਗ ਤੋਂ ਸਟਾਰਟ ਹੁੰਦਾ ਹੈ ਕਿ ਆਪਾਂ ਸੋਚਦੇ ਹਾਂ ਕਿ ਆਪਾਂ ਕੀ ਕਰਨਾ ਹੈ, ਠੀਕ ਹੈ। ਸ਼ੁਰੂ ਦੇ ਵਿੱਚ ਇਹ ਚੀਜ਼ ਸੋਚੀ ਜਾਂਦੀ ਹੈ। ਉਸ ਤੋਂ ਬਾਅਦ ਕੀ ਹੈ ਜੀ, ਉਸ ਸੋਚ ਦੇ ਹਿਸਾਬ ਦੇ ਨਾਲ ਔਰਗਨਾਈਜੇਸ਼ਨ ਕੀਤੀ ਜਾਂਦੀ ਹੈ, ਰਿਸੋਰਸਿਸ ਨੂੰ ਆਪਾਂ ਔਰਗਨਾਈਜ਼ ਕਰਦੇ ਹਾਂ, ਠੀਕ ਹੈ। ਅਤੇ ਉਸ ਤੋਂ ਬਾਅਦ ਥਰਡ ਇਸ ਦੀ ਪ੍ਰੋਸੈਸ ਆਉਂਦੀ ਹੈ ਸਟਾਫਿੰਗ ਦੀ, ਕਿ ਜਦੋਂ ਆਪਾਂ ਰਿਸੋਰਸਿਸ ਲੈ ਆਏ ਤਾਂ ਆਪਣੇ ਕੋਲ ਹਿਊਮਨ ਰਿਸੋਰਸ ਵੀ ਚਾਹੀਦੇ ਨੇ ਕੰਮ ਕਰਨ ਨੂੰ। ਫਿਰ ਉਹਨਾਂ ਰਿਸੋਰਸਿਸ ਨੂੰ ਆਪਾਂ ਕੀ ਕਰਦੇ ਹਾਂ, ਡਾਇਰੈਕਟਿਵ ਪ੍ਰਿੰਸੀਪਲਸ ਦਿੰਦੇ ਹਾਂ, ਡਾਇਰੈਕਸ਼ਨਸ ਦਿੰਦੇ ਹਾਂ ਆਪਣੀਆਂ। ਆਫਟਰ ਡਾਇਰੈਕਸ਼ਨਸ ਉਹਨਾਂ ਨੂੰ ਕੀ ਹੈ, ਕੋਆਰਡੀਨੇਟ ਕੀਤਾ ਜਾਂਦਾ ਹੈ। ਇਟ ਮੀਨਸ ਦੈਟ ਕਿ ਇੱਕ ਸੁਟੇਬਿਲਿਟੀ, ਇੱਕ ਬੈਲੈਂਸ ਬਣਾ ਕੇ ਰੱਖਿਆ ਜਾਂਦਾ ਹੈ ਆਪਣੇ ਜੋ ਰਿਸੋਰਸਿਸ ਨੇਗੇ, ਠੀਕ ਹੈ, ਚਾਹੇ ਉਹ ਹਿਊਮਨ ਰਿਸੋਰਸਿਸ ਨੇ, ਚਾਹੇ ਆਪਣੇ ਕੀ ਨੈਚੁਰਲ ਰਿਸੋਰਸਿਸ ਨੇ। ਅਤੇ ਇਸ ਤੋਂ ਇਲਾਵਾ ਜੋ ਆਪਣੀਆਂ ਮਸ਼ੀਨਸ ਵਗੈਰਾ ਹੋ ਗਈਆਂ ਜਾਂ ਐਸੈਟਸ ਵਗੈਰਾ ਜਿਵੇਂ ਹੈਗੇ ਨੇ ਕਿ ਜਿਨ੍ਹਾਂ ਦੇ ਨਾਲ ਉਹਨਾਂ ਹਿਊਮਨ ਰਿਸੋਰਸ ਨੇ ਵਰਕ ਕਰਨਾ, ਤਾਂ ਉਹਨਾਂ ਹਿਊਮਨ ਰਿਸੋਰਸ ਨੂੰ ਉਸਦੇ ਕੰਪੈਟੀਬਲ ਰੱਖਿਆ ਜਾਂਦਾ ਹੈ। ਅਤੇ ਆਫਟਰ ਦੈਟ ਜੇ ਸਾਰੀ ਹੀ ਪ੍ਰੋਸੈਸ ਨੂੰ ਐਨਾਲਾਈਜ਼ ਕੀਤਾ ਜਾਂਦਾ ਹੈ ਕਿ ਜੋ ਆਪਾਂ ਨੇ ਸ਼ੁਰੂ ਤੋਂ ਲੈ ਕੇ ਇੱਥੇ ਤੱਕ ਕੀਤਾ, ਤਾਂ ਉਸ ਨੂੰ ਆਪਾਂ ਕੀ ਕਰਦੇ ਹਾਂ, ਲਾਸਟ ਦੇ ਵਿੱਚ ਉਸਦੇ ਰਿਜ਼ਲਟ ਦੇ ਅਕੋਰਡਿੰਗ ਉਹਨੂੰ ਕੰਟਰੋਲ ਕਰਦੇ ਹਾਂ। ਜੇ ਤਾਂ ਜਿਹੜਾ ਆਪਾਂ ਨੇ ਸਾਰਾ ਵਰਕ ਕੀਤਾ ਆਪਣੀ ਡਿਜ਼ਾਇਰਸ ਦੇ ਅਕੋਰਡਿੰਗ ਹੈ, ਜਿਸ ਹਿਸਾਬ ਨਾਲ ਆਪਣੀ ਫੋਰਕਾਸਟਿੰਗ ਸੀ, ਫਿਰ ਤਾਂ ਸਾਰਾ ਕੁਝ ਸਹੀ ਚੱਲ ਰਿਹਾ। ਅਤੇ ਜੇਕਰ ਉਸ ਹਿਸਾਬ ਨਾਲ ਨਹੀਂ ਸੀ ਤਾਂ ਉਹਨਾਂ ਨੂੰ ਕੀ ਹੈ, ਕੰਟਰੋਲ ਕੀਤਾ ਜਾਂਦਾ। ਤਾਂ ਸੇਮ ਹੀ ਰਾਜੇ ਸਾਰਾ ਕੁਝ ਤੁਹਾਨੂੰ ਉਹੀ ਦਿੱਤਾ ਹੋਇਆ, ਠੀਕ ਹੈ। ਉਸ ਤੋਂ ਬਾਅਦ ਜਿਵੇਂ ਸਟਾਫਿੰਗ ਦੇ ਵਿੱਚ ਆ ਜਾਂਦਾ ਆਪਣੀ ਮੈਨ ਪਾਵਰ ਪਲੈਨਿੰਗ ਆ ਗਈ, ਰਿਕਰੂਟਮੈਂਟ ਆ ਗਈ, ਸਿਲੈਕਸ਼ਨ, ਟ੍ਰੇਨਿੰਗ, ਪਲੇਸਮੈਂਟ ਆਫ ਮੈਨ ਪਾਵਰ, ਪ੍ਰਮੋਸ਼ਨ ਵਗੈਰਾ, ਟਰਾਂਸਫਰ ਆ ਗਏ, ਅਪਰੇਜ਼ਲਸ ਆ ਗਏ, ਠੀਕ ਹੈ। ਤਾਂ ਇਹਨਾਂ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਆਪਾਂ ਨੇ ਕੀ ਕਰਨਾ ਹੈ, ਹਿਊਮਨ ਰਿਸੋਰਸ ਨੂੰ ਪਲਾਨ ਕਰਕੇ ਚੱਲਣਾ ਹੈ ਕਿ ਜੋ ਆਪਣੇ ਨਾਲ ਹਿਊਮਨ ਵਰਕ ਕਰ ਰਹੇ ਨੇ ਉਹਨਾਂ ਰਿਸੋਰਸਿਸ ਨੂੰ ਤੁਸੀਂ ਕਿਵੇਂ ਐਫੀਸ਼ੀਐਂਟ ਵੇ ਦੇ ਨਾਲ ਕੰਮ ਕਰਵਾ ਸਕਦੇ ਹੋ। ਉਸ ਤੋਂ ਬਾਅਦ ਰਾਜੇ ਗੱਲ ਆਉਂਦੀ ਹੈ ਡਾਇਰੈਕਟਿੰਗ ਦੀ। ਡਾਇਰੈਕਸ਼ਨਸ ਦੇ ਵਿੱਚ ਉਹੀ ਆ ਜਾਂਦਾ ਕਿ ਇੱਕ ਮੇਨ ਪਰਸਨ ਹੈ ਜੋ ਉਹ ਕੀ ਕਰਦਾ ਹੈਗਾ, ਐਜ਼ ਏ ਲੀਡਰ ਕੰਮ ਕਰਦਾ ਹੈ। ਜਿਸ ਤਰ੍ਹਾਂ ਲੀਡਰਸ਼ਿਪ ਲਗਾ ਲਓ, ਉਹਨਾਂ ਨੂੰ ਮੋਟੀਵੇਟ ਕਰਨਾ। ਇਸ ਤੋਂ ਇਲਾਵਾ ਉਹਨਾਂ ਦੇ ਨਾਲ ਕੀ ਹੈ, ਇੱਕ ਐਫੀਸ਼ੀਐਂਟਲੀ ਕਮਿਊਨੀਕੇਸ਼ਨ ਬਣਾ ਕੇ ਰੱਖਣਾ। ਅਤੇ ਇਸ ਤੋਂ ਇਲਾਵਾ ਇੱਕ ਐਜ਼ ਏ ਸੁਪਰਵਾਈਜ਼ਰ ਵੀ ਉਹਨਾਂ ਨੂੰ ਕੀ ਕਰਦਾ ਰਹਿੰਦਾ ਹੈਗਾ, ਮੋਟੀਵੇਟ ਕਰਦਾ ਰਹਿੰਦਾ ਕਿ ਅਕੋਰਡਿੰਗ ਟੂ ਦ ਨੀਡਸ ਆਫ ਕੰਪਨੀ ਆਪਾਂ ਆਪਣੇ ਇੰਪਲੋਈਜ਼ ਨੂੰ ਕੀ ਕਰਦੇ ਹਾਂ, ਟ੍ਰੇਨਡ ਕਰਦੇ ਹਾਂ। ਅਤੇ ਇਸ ਤੋਂ ਇਲਾਵਾ ਅਗਲਾ ਪੁਆਇੰਟ ਆਉਂਦਾ ਰਾਜੇ ਤੁਹਾਡਾ ਕੋਆਰਡੀਨੇਸ਼ਨ ਦਾ, ਕਿ ਜੋ ਆਪਣੇ ਫੈਕਟਰਸ ਨੇਗੇ, ਚਾਹੇ ਆਪਣੇ ਪ੍ਰੋਡਕਸ਼ਨ ਦੇ ਫੈਕਟਰ ਹੋ ਗਏ ਜਾਂ ਫਿਰ ਆਪਣੇ ਟ੍ਰੇਡਿੰਗ ਦੇ ਫੈਕਟਰਸ ਹੋ ਗਏ, ਇਸ ਤੋਂ ਇਲਾਵਾ ਆਪਣੀਆਂ ਐਸੈਟਸ ਹੋ ਗਈਆਂ, ਆਪਣੇ ਹਿਊਮਨ ਰਿਸੋਰਸ ਹੋ ਗਏ, ਉਹਨਾਂ ਦੇ ਵਿੱਚ ਇੱਕ ਕੰਪੈਟੇਬਿਲਿਟੀ ਬਣਾ ਕੇ ਰੱਖਦੇ ਹਾਂ ਤਾਂ ਕਿ ਦੋਵਾਂ ਦੇ ਵਿੱਚ ਕੀ ਇੱਕ ਬੈਲੈਂਸ ਬਣਿਆ ਰਹੇ। ਕਿਉਂਕਿ ਜਦੋਂ ਤੱਕ ਉਹ ਬੈਲੈਂਸਡ ਰਹਿਣਗੇ ਆਪਣਾ ਬਿਜ਼ਨਸ ਹੈ ਜਿਹੜਾ ਐਫੀਸ਼ੀਐਂਟ ਵੇ ਦੇ ਨਾਲ ਕੰਮ ਕਰ ਸਕਦਾ। ਅਦਰਵਾਈਜ਼ ਆਪਣੇ ਬਿਜ਼ਨਸ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਨੇ ਉਹ ਇਨਵੋਲਵ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਆਪਾਂ ਨੂੰ ਜਿਹੜਾ ਫਿਰ ਕੰਟਰੋਲਿੰਗ ਦਾ ਫੰਕਸ਼ਨ ਹੈ ਉਸ ਚੀਜ਼ ਦੇ ਉੱਤੇ ਜ਼ਿਆਦਾ ਸਟਰੈਸ ਹੈ ਜਿਹੜੀ ਉਹ ਦੇਣੀ ਪੈਂਦੀ ਹੈ। ਆਫਟਰ ਦੈਟ ਹੈ ਜੇ ਕੋਆਰਡੀਨੇਸ਼ਨ ਐਂਡ ਕੋਆਪਰੇਸ਼ਨ। ਕੋਆਰਡੀਨੇਸ਼ਨ ਤਾਂ ਤੁਸੀਂ ਸਮਝ ਹੀ ਗਏ ਹੋ, ਠੀਕ ਹੈ, ਕਿ ਦੋ ਫੈਕਟਰਸ ਨੇ ਜਿਹੜੇ ਇੱਕ ਦੂਸਰੇ ਨੂੰ ਸੂਟ ਕਰਦੇ ਹੋਣ। ਅਤੇ ਜੋ ਕੋਆਪਰੇਸ਼ਨ ਹੈ, ਕੋਆਪਰੇਸ਼ਨ ਦਾ ਮੀਨ ਹੁੰਦਾ ਰਾਜੇ ਕਿ ਹੈਲਪਫੁਲ ਵੇ ਦੇ ਨਾਲ ਜਦੋਂ ਆਪਾਂ ਕੰਮ ਕਰਦੇ ਹਾਂ ਇੱਕ ਬਿਜ਼ਨਸ ਦੇ ਵਿੱਚ। ਕਿਉਂਕਿ ਜਦੋਂ ਆਪਾਂ ਸਟਾਰਟਿੰਗ ਤੋਂ ਪਲਾਨਿੰਗ ਦੇ ਪ੍ਰੋਸੈਸ ਤੋਂ ਲੈ ਕੇ ਕੰਟਰੋਲਿੰਗ ਤੱਕ ਪਹੁੰਚਦੇ ਹਾਂ ਤਾਂ ਆਪਣੇ ਕੋਲ ਕੀ ਇੱਕ ਕੋਆਰਡੀਨੇਸ਼ਨ ਦੀ ਜੋ ਇੱਕ ਫੀਲਿੰਗ ਹੈ ਬਿਜ਼ਨਸ ਦੇ ਵਿੱਚ ਉਹ ਇਨਵੋਲਵ ਹੋਣੀ ਜ਼ਰੂਰੀ ਹੈ। ਉਸ ਤੋਂ ਬਾਅਦ ਹੈ ਰਾਜੇ ਕੰਟਰੋਲਿੰਗ ਆ ਗਿਆ ਆਪਣੇ ਕੋਲ ਲਾਸਟ 'ਤੇ। ਕੰਟਰੋਲਿੰਗ ਦੇ ਵਿੱਚ ਆਪਾਂ ਕੀ ਦੇਖਦੇ ਹਾਂ, ਸਿਰਫ ਕਰੈਕਟਿਵ ਮੈਜ਼ਰਸ, ਕਿ ਜਿਹੜੀ ਹੁਣ ਨੀਚੇ ਜਿਵੇਂ ਤੁਹਾਨੂੰ 3 ਪੁਆਇੰਟ ਦਿੱਤੇ ਹੋਏ ਨੇ ਇਸ ਪ੍ਰੋਸੈਸ ਦੇ ਵਿੱਚ। ਪਹਿਲਾਂ ਕੀ ਹੈ ਰਾਜੇ, ਇਸਟੈਬਲਿਸ਼ ਕਰਨਾ ਸਟੈਂਡਰਡ ਆਫ ਪਰਫੋਰਮੈਂਸ, ਜਿਹਨੂੰ ਆਪਾਂ ਬੋਲਦੇ ਹਾਂ ਪਲਾਨਿੰਗ। ਕਿ ਸ਼ੁਰੂ ਦੇ ਉੱਤੇ ਆਪਾਂ ਕੀ ਕਰਦੇ ਹਾਂ, ਫੋਰਕਾਸਟ 'ਤੇ ਪਲਾਨ ਕਰਕੇ ਚੱਲਦੇ ਹਾਂ ਕਿ ਇਸ ਤਰ੍ਹਾਂ ਦੀ ਜਿਹੜੀਆਂ ਐਕਟੀਵਿਟੀਜ਼ ਨੇ ਉਹ ਆਪਣੇ ਬਿਜ਼ਨਸ ਦੀਆਂ ਹੋਣਗੀਆਂ। ਸੈਕਿੰਡਲੀ ਸਟੈਪ ਹੈ ਰਾਜੇ ਮੈਜ਼ਰ ਐਕਚੁਅਲ ਪਰਫੋਰਮੈਂਸ। ਆਫਟਰ ਦੈਟ ਕੀ ਕੀਤਾ ਜਾਂਦਾ ਹੈ ਕਿ ਜੋ ਐਕਚੁਅਲ ਦੇ ਵਿੱਚ ਆਪਾਂ ਨੇ ਕੀਤਾ ਹੈ, ਸਭ ਤੋਂ ਪਹਿਲਾਂ ਆਪਾਂ ਫੋਰਕਾਸਟਿੰਗ ਕਰਦੇ ਹਾਂ, ਫਿਰ ਉਹਨੂੰ ਐਕਚੁਅਲ ਮੈਜ਼ਰ ਕਰਦੇ ਹਾਂ ਅਤੇ ਥਰਡ ਕੈਟਾਗਰੀ ਦੇ ਵਿੱਚ ਜਾ ਕੇ ਦੋਨਾਂ ਨੂੰ ਕੰਪੇਅਰ ਕਰਦੇ ਹਾਂ। ਅਤੇ ਉਸ ਹਿਸਾਬ ਨਾਲ ਜੋ ਵੀ ਆਪਣਾ ਰਿਜ਼ਲਟ ਹੋਊਗਾ ਉਹਦੀ ਡੈਵੀਏਸ਼ਨ ਦਾ ਵੇਰੀਐਂਸ ਫਾਈਂਡ ਕੀਤਾ ਜਾਂਦਾ ਹੈ ਕਿ ਦੋਵਾਂ ਦੇ ਵਿੱਚ ਕਿੰਨਾ ਕੁ ਡੈਵੀਏਸ਼ਨ ਹੈ, ਕਿ ਜੋ ਆਪਾਂ ਨੇ ਸੋਚਿਆ ਸੀ, ਡਿਜ਼ਾਇਰ ਕੀਤਾ ਸੀ, ਅਤੇ ਜੋ ਐਕਚੁਅਲ ਪਰਫੋਰਮੈਂਸ ਹੈ ਦੋਵਾਂ ਦੇ ਵਿੱਚ ਕੀ ਹੈ, ਵੇਰੀਏਸ਼ਨ ਨੂੰ ਫਾਈਂਡ ਆਊਟ ਕੀਤਾ ਜਾਂਦਾ ਹੈ। ਆਫਟਰ ਦੈਟ ਕੀ ਹੈ, ਉਸ ਦੇ ਅਕੋਰਡਿੰਗ ਜਿਹੜੇ ਕਰੈਕਟਿਵ ਡਿਸੀਜ਼ਨਸ ਨੇ ਉਹ ਲਏ ਜਾਂਦੇ ਨੇ।
उस तो बाद जे गल करते हैं इंटर रिलेशनशिप बिटवीन मैनेजमेंट फंक्शनस, ये आप पहला भी गल कर चुके हैं कि जिहड़े मैनेजमेंट के जिन्ने फंक्शन होणगे वो सारे की ने एक दूसरे के उत्ते डिपेंड करते हैं। इट मीनस दैट कि जदों इनू आपां ने इटरेटिव कहता तो इटरेटिव का मतलब की हुंदा है कि एक वर्क खत्म हो गया, उस तो बाद तुहाडा सैकेंड काम है जिहड़ा स्टार्ट होया। जिवें फॉर एग्जाम्पल आपां प्लैनिंग तो लैके स्टार्ट करते हैं, प्लैनिंग तो बाद जो स्टैप आऊगा ऑर्गेनाइजिंग का आऊगा, फिर स्टाफिंग आऊगी, फिर डायरैक्टिंग आऊगी, फिर कोआर्डिनेटिंग आऊगी, उस तो बाद कोऑपरेशन आऊगा, आफ्टर दैट क्या आऊगा एनालाइज आऊगा, लास्ट के उत्ते जाके तुसीं करते हो कंट्रोलिंग करते हो, है ना। तो सेम ही जी प्रोसैसर है जी चलती है अपनी मैनेजमेंट के विच। आफ्टर दैट तुहाडा कोआर्डिनेशन है। कोआर्डिनेशन का मतलब की हुंदा है जी जदों आपां सैंक्रोनाइजिंग की जिहड़ियां एक्टिविटीज़ नेगियां अलग अलग परसनस दियां उन्हां नूं की करदे आंगे एक सिस्टमैटिक वे दे नाल रखदे आं। इट मीनस दैट कि जदों अपने जिहड़े सारे ह्यूमन रिसोर्स ने ठीक है काम दे विच हुंदे नेगे ਤਾਂ ਉਹਨਾਂ ਦੇ ਵਰਕ ਨੂੰ ਇਸ ਹਿਸਾਬ ਨਾਲ ਸਿਸਟਮੈਟਿਕ ਵੇ ਦੇ ਨਾਲ ਆਪਾਂ ਨੇ ਮੈਨੇਜ ਕਰਨਾ ਹੁੰਦਾ ਹੈ ਤਾਂ ਕਿ ਜੋ ਬਿਜ਼ਨਸ ਦੇ ਡਿਜ਼ਾਇਰਡ ਰਿਜ਼ਲਟਸ ਨੇ ਆਪਾਂ ਉਹਨਾਂ ਨੂੰ ਅਟੇਨ ਕਰ ਸਕੀਏ। ਠੀਕ ਹੈ ਕਿ ਜਿੰਨੀਆਂ ਹੁਣ ਬਿਜ਼ਨਸ ਦੀਆਂ ਇੱਕ ਪਰਟੀਕੂਲਰ ਪੀਰੀਅਡ ਆਫ ਟਾਈਮ ਦੇ ਵਿੱਚ ਹੁਣ ਆਪਣਾ ਜਿਵੇਂ ਪਰਟੀਕੂਲਰ ਪੀਰੀਅਡ ਆਫ ਟਾਈਮ ਹੁੰਦਾ ਇੱਕ ਫਾਈਨੈਂਸ਼ੀਅਲ ਈਅਰ ਹੋ ਗਿਆ, ਠੀਕ ਹੈ, ਤਾਂ ਜਿਹੜਾ ਫਾਈਨੈਂਸ਼ੀਅਲ ਈਅਰ ਹੋਊਗਾ ਥਰੂ ਆਊਟ ਦਾ ਈਅਰ ਆਪਾਂ ਨੇ ਕੀ ਕੁਛ ਕੀਤਾ, ਕਿੰਨੀ ਆਪਣੀਆਂ ਕੋਸਟ ਆਈ ਹੈ, ਕਿੰਨੀ ਆਪਣੀ ਉਸ ਦੇ ਹਿਸਾਬ ਨਾਲ ਇਨਕਮ ਰਹੀ ਹੈ, ਤਾਂ ਉਹਨਾਂ ਦਾ ਵੇਰੀਏਸ਼ਨ ਕਿੰਨਾ ਹੈ, क्योंकि जो प्रॉफिट एंड लॉस की परसेंटेज है वो इन्होंने चीज़ों तो मैजर की जाती है। तो उस तो बाद जे डेफिनेशन दी हुई है तो ठीक है कोआर्डिनेशन की। उस तो बाद जे आप गल कर देंगे कोआर्डिनेशन का सेंस ऑफ मैनेजमेंट कि मैनेजमेंट के कहते कोआर्डिनेशन जरूरी है, तो वो क्यों जरूरी है, तो सब तो पहला तो की है जे कि ह्यूमन दियां एफर्ट्स नूं आपां की कर देंगे एक सिस्टमैटिक वे दे नाल लैके लिखते हैं, क्योंकि जे अपने कोल एक सिस्टम होऊगा सारा कुछ एक सिस्टमैटिक वे दे नाल चलूगा ओनली दैट आपां डिजायर्ड रिजल्ट्स ने जिहड़े उन्हां नूं अचीव कर सकते हैं। सैकेंडली की है जे एवरी बिजनेस फंक्शन हैज़ सम ऑबजैक्टिव्स, कहते हर एक बिजनेस के काम नूं करन दे लई एक्टिविटीज़ नूं करन दे लई अपने कुछ ऑबजैक्टिव्स हुंदे ने ते उन्हां ही ऑबजैक्टिव्स नूं पूरा करन दे लई अपने कोल उन्हां दे विच की है कोआर्डिनेशन होना ज़रूरी है। तो इस तो इलावा की है जी कहते जिहड़ियां बिजनेस दीयां एक्टिविटीज़ ने जेकर उन्हां दे विच कोआर्डिनेशन होऊगा कि आपां नूं सुटेबिलिटी पता होऊगी तां ही आपां जिहड़ा एक बिजनेस है वो वधिया ढंग दे नाल काम है जिहड़ा वो कर सकदे आ। उस तो बाद रजे आंदा कोआर्डिनेशन एंड कोऑपरेशन। कोआर्डिनेशन ते कोऑपरेशन दोनों दे विच डिफरेंस तो तुहानूं पता चल ही गया। कोआर्डिनेशन की हुंदा है कि ये चीज़ देखना कि एक फैक्टर दूसरे फैक्टर दे सुटेबल हैगा कि नहीं हैगा। जिवें फॉर एग्जाम्पल आपां मशीनस की गल कर लो कि मशीनस के उत्ते वर्क करना है तो उस दे लई अपने कोल की है इहो जी लेबर चाहिए जिन्हों उस मशीन की नॉलेज होगी, ठीक है, मतलब कि दोवें फैक्टर एक दूसरे के कंपैटिबल होण। तो जिहड़ा कोऑपरेशन हुंदा जी हैल्पफुल, ठीक है, कि हैल्प दे नाल काम करना, सहयोग कह दिंदे हो जिन्होंने तुसीं पंजाबी दे विच कि एक दूसरे की हैल्प करना। हुण इस दे विच तुसीं की कह सकते हो कि जिवें हुण कोई परसन है वो नवां लग्गिया काम दे उत्ते तां उहनूं सब तो पहला की कीती जांदी है ट्रेनिंग दी जाती है। इस तो इलावा की है कि जिहड़े दूसरे डिपार्टमेंट्स ने जिहड़े परसनस नूं वधिया नॉलेज है ना वो परसन उहनूं की करदे ने उसकी एक्टिविटी दे विच हैल्प करते हैं। उस तो बाद जी कुछ प्रिंसीपल्स हैगे ने तुहाडे कोआर्डिनेशन दे, जिवें सब तो पहला है जी तुहाडा प्रिंसीपल ऑफ डायरैक्ट कॉन्ट्रैक्ट। तो कोआर्डिनेशन का ये वाला प्रिंसीपल की कहता है, कहते जो अपना डायरैक्ट कॉन्ट्रैक्ट है वो होना चाहिए। इट मीनस दैट कि जिमें हुण दो फैक्टर्स की आपां गल करते हैं कि मशीनस ते अपनी मैन पावर होगी तो दोवां दे विच जी डायरैक्ट कॉन्टैक्ट होना चाहिए, फिर ही वो एक दूसरे दे नाल ये चीज़ नूं देख सकते हैं ना कि वो कंपैटिबल हैगे ने जां नहीं हैगे। सैकेंडली है रजे प्रिंसीपल ऑफ अर्ली बिगनिंग। तो ये वाले प्रिंसीपल दे विच वो की कहते हैं, कहते जिहड़ियां अर्ली बिगनिंग का मतलब की होगा रजे जिथे तुसीं की करदे हो अपनियां पॉलिसीज़ नूं फ्रेम करदे हो। कहते जिहड़ियां पॉलिसीज़ ने तुहाडियां वो स्टार्टिंग दे विच होणियां चाहीदियां नेगियां। हुण मतलब जो भी आपां ने फोरकास्ट कीता है उस दे बिहाफ दे उत्ते जिहड़ी प्लैनिंग होगी वो अपनी स्टार्टिंग तो ही शुरू होनी चाहिए है। उस तो बाद रजे थर्ड पॉइंट आंदा प्रिंसीपल ऑफ रेसिप्रोकल रिलेशनशिप। तो रजे जो रेसिप्रोकल रिलेशनशिप्स हुंदे नेगे उन्हां नूं आपां कह दिंदे कि जिहड़ियां चीज़ां एक दूसरे दे उत्ते रिलेट करदियां ने।
ਤਾਂ ਹੁਣ ਇਸ ਦੇ ਵਿੱਚ ਕੀ ਹੁੰਦਾ ਹੈ, ਕਹਿੰਦੇ ਇੱਕ ਕੰਪਨੀ ਦੇ ਵਿੱਚ ਜਿੰਨੇ ਵੀ ਪਰਸਨ ਕੰਮ ਕਰਦੇ ਨੇ ਉਹਨਾਂ ਦੇ ਜਿਹੜੇ ਵਰਕ ਨੇ ਉਹ ਇੱਕ ਦੂਸਰੇ ਦੇ ਉੱਤੇ ਕੀ ਹੈ, ਡਿਪੈਂਡ ਕਰਦੇ ਨੇ। ਇਟ ਮੀਨਸ ਦੈਟ ਕਿ ਇੱਕ ਕੰਪਨੀ ਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟ ਹੁੰਦੇ ਨੇ, ਪਰਚੇਜ਼ ਦਾ, ਸੇਲ ਦਾ, ਹੈ ਨਾ, ਅਤੇ ਇਸ ਤੋਂ ਇਲਾਵਾ ਜੋ ਆਪਣੇ ਅਕਾਊਂਟਸ ਦਾ, ਫਾਈਨਾਂਸ ਡਿਪਾਰਟਮੈਂਟ ਹੋ ਗਿਆ, ਪ੍ਰੋਡਕਸ਼ਨ ਦਾ, ਮਟੀਰੀਅਲ ਦਾ, ਤਾਂ ਇਹ ਸਾਰੇ ਡਿਪਾਰਟਮੈਂਟਸ ਕੀ ਹੈ, ਇੱਕ ਦੂਸਰੇ ਦੇ ਸਹਾਰੇ ਚੱਲਦੇ ਨੇ, ਠੀਕ ਹੈ। ਅਤੇ ਮੇਨਲੀ ਇਹ ਕਿਸ ਚੀਜ਼ ਦੇ ਸਹਾਰੇ ਚੱਲਦੇ ਨੇ, ਫਾਈਨਾਂਸ ਡਿਪਾਰਟਮੈਂਟ ਦੇ। ਉਸ ਤੋਂ ਬਾਅਦ ਆ ਗਿਆ ਜੀ ਪ੍ਰਿੰਸੀਪਲ ਆਫ ਕੰਟੀਨਿਊਟੀ। ਤਾਂ ਜਿਹੜਾ ਕੋਆਰਡੀਨੇਸ਼ਨ ਹੈ ਉਹ ਕੰਟੀਨਿਊ ਚੱਲਦਾ ਰਹਿੰਦਾ ਹੈ, ਠੀਕ ਹੈ। ਕਿ ਕੋਆਰਡੀਨੇਸ਼ਨ ਇਹ ਨਹੀਂ ਹੈਗਾ ਕਿ ਇੱਕ ਬਿਜ਼ਨਸ ਸਟਾਰਟ ਹੋ ਗਿਆ ਤਾਂ ਸ਼ੁਰੂ ਦੇ ਵਿੱਚ ਤੁਸੀਂ ਪਰਸਨਸ ਦੇ ਵਿੱਚ ਜਾਂ ਫੈਕਟਰਸ ਦੇ ਵਿੱਚ ਕੋਆਰਡੀਨੇਸ਼ਨ ਰੱਖ ਲਿਆ ਅਤੇ ਬਾਅਦ ਦੇ ਵਿੱਚ ਤੁਹਾਨੂੰ ਲੋੜ ਨਹੀਂ, ਕਿਉਂਕਿ ਬਿਜ਼ਨਸ ਹੈ ਜਿਹੜਾ ਇੱਕ ਕੰਟੀਨਿਊ ਪ੍ਰੋਸੈਸ, ਸੋ ਕੋਆਰਡੀਨੇਸ਼ਨ ਵੀ ਇਸ ਦੇ ਸਾਰੇ ਹੀ ਟਾਈਮ ਪੀਰੀਅਡ ਦੇ ਵਿੱਚ ਨਾਲ ਚੱਲਦਾ ਰਹੂਗਾ। ਤਾਂ ਰਾਜੇ ਉਸ ਤੋਂ ਬਾਅਦ ਹੈ ਇੰਪੋਰਟੈਂਸ ਹੈ ਕੋਆਰਡੀਨੇਸ਼ਨ ਦੀ। ਤਾਂ ਸਭ ਤੋਂ ਪਹਿਲਾਂ ਹੈ ਰਾਜੇ ਗੁੱਡ ਪਰਸੋਨਲ ਰਿਲੇਸ਼ਨਸ, ਕਿ ਜਦੋਂ ਇੱਕ ਬਿਜ਼ਨਸ ਦੇ ਵਿੱਚ ਕੋਆਰਡੀਨੇਸ਼ਨ ਹੋਊਗਾ ਰਾਜੇ ਤਾਂ ਜਿਹੜੇ ਹਿਊਮਨ ਰਿਸੋਰਸ ਨੇਗੇ ਉਹਨਾਂ ਦੇ ਜਿਹੜੇ ਰਿਲੇਸ਼ਨਸ ਹੋਣਗੇ ਆਪਸ ਦੇ ਵਿੱਚ ਉਹ ਵਧੀਆ ਹੋਣਗੇ, ਠੀਕ ਹੈ। ਕਿਉਂਕਿ ਜਿਹੜਾ ਕੋਆਰਡੀਨੇਸ਼ਨ ਹੈ, ਕੋਆਰਡੀਨੇਸ਼ਨ ਫਿਰ ਹੀ ਹੋਊਗਾ ਜਦੋਂ ਉਹਨਾਂ ਦੇ ਵਿੱਚ ਕੋਆਪਰੇਸ਼ਨ ਦੀ ਜੋ ਫੀਲਿੰਗ ਹੈ, ਸਪਿਰਿਟ ਹੈ, ਉਹ ਹੋਊਗੀ। ਸੈਕੰਡਲੀ ਹੈ ਰਾਜੇ ਯੂਨਿਟੀ ਆਫ ਡਾਇਰੈਕਸ਼ਨ। ਤਾਂ ਕੋਆਰਡੀਨੇਸ਼ਨ ਕਿਸ ਚੀਜ਼ ਦੇ ਵਿੱਚ ਹੈਲਪ ਕਰਦਾ ਹੈ, ਯੂਨਿਟੀ ਆਫ ਡਾਇਰੈਕਸ਼ਨ। ਇਟ ਮੀਨਸ ਦੈਟ ਕਿ ਜੇਕਰ ਕੋਆਰਡੀਨੇਸ਼ਨ ਹੋਊਗਾ ਤਾਂ ਬੈਟਰ ਢੰਗ ਦੇ ਨਾਲ ਜੋ ਤੁਹਾਨੂੰ ਡਾਇਰੈਕਸ਼ਨਸ ਨੇਗੀਆਂ ਉਹ ਦਿੱਤੀਆਂ ਜਾ ਸਕਦੀਆਂ ਨੇ, ਕਿਉਂਕਿ ਡਾਇਰੈਕਸ਼ਨਸ ਉੱਥੇ ਹੀ ਕੰਮ ਕਰਨਗੀਆਂ ਜਿੱਥੇ ਵਧੀਆ ਕੋਆਰਡੀਨੇਸ਼ਨ ਹੈ, ਵਧੀਆ ਜੋ ਸਾਰਾ ਸਿਸਟਮ ਹੈ ਇੱਕ ਵਧੀਆ ਵੇ ਦੇ ਨਾਲ ਚੱਲ ਰਿਹਾ ਹੈ। ਥਰਡ ਹੈ ਰਾਜੇ ਇਸੈਂਸ ਆਫ ਮੈਨੇਜਮੈਂਟ। ਇਸੈਂਸ ਆਪਾਂ ਕਹਿ ਦਿੰਦੇ ਹਾਂ ਰਾਜੇ ਜ਼ਰੂਰਤ, ਕਿ ਮੈਨੇਜਮੈਂਟ ਦੀ ਜ਼ਰੂਰਤ ਹੈ ਕਿ ਉਸ ਦੇ ਜੋ ਪ੍ਰੋਸੈਸਿਸ ਨੇ ਉਹਨਾਂ ਦੇ ਵਿੱਚ ਕੀ ਹੋਵੇ, ਕੋਆਰਡੀਨੇਸ਼ਨ ਹੋਵੇ। ਐਫੀਸ਼ੀਐਂਸੀ ਐਂਡ ਇਕੋਨਮੀ। ਐਫੀਸ਼ੀਐਂਸੀ ਐਂਡ ਇਕੋਨਮੀ ਦਾ ਕੀ ਮਤਲਬ ਹੈ, ਇਕੋਨਮੀ ਰਾਜੇ ਆਪਾਂ ਬੋਲ ਦਿੰਦੇ ਹਾਂ ਕਿ ਜਿਹੜੀ ਚੀਜ਼ ਕੀ ਹੈ ਆਪਣੇ ਟਾਈਮ ਅਤੇ ਐਨਰਜੀ ਨੂੰ ਸੇਵ ਕਰਦੀ ਹੈ, ਇਕਨੋਮਿਕ ਬੋਲ ਦਿੰਦੇ ਹਾਂ ਨਾ ਉਹਨਾਂ ਨੂੰ। ਅਤੇ ਇਸ ਤੋਂ ਇਲਾਵਾ ਐਫੀਸ਼ੀਐਂਸੀ ਕੀ ਹੈ ਕਿ ਇੱਕ ਬਿਜ਼ਨਸ ਹੈ ਜਿਹੜਾ ਵਧੀਆ ਢੰਗ ਦੇ ਨਾਲ ਵਰਕ ਕਰ ਸਕਦਾ ਹੈ ਜੇਕਰ ਸਾਰੇ ਹੀ ਫੈਕਟਰ ਨੇ ਜਿਹੜੇ ਕੋਆਰਡੀਨੇਟ ਕੀਤੇ ਹੋਏ ਨੇ। ਜਿਵੇਂ ਹੁਣ ਆਪਾਂ ਨੇ ਮਸ਼ੀਨਸ ਅਤੇ ਪਰਸਨ ਦੀ ਗੱਲ ਕੀਤੀ ਸੀ ਕਿ ਇੱਕ ਦੂਸਰੇ ਦੇ ਕੰਪੈਟੀਬਲ ਹੋਣੇ ਚਾਹੀਦੇ ਨੇ। ਜੇਕਰ ਉਹ ਇੱਕ ਦੂਸਰੇ ਦੇ ਕੰਪੈਟੀਬਲ ਨਾ ਹੋਣ, ਉਸ ਪਰਸਨ ਨੂੰ ਉਸ ਮਸ਼ੀਨ ਬਾਰੇ ਕੋਈ ਨੌਲੇਜ ਨਾ ਹੋਵੇ, ਦੈਨ ਉਹ ਵਧੀਆ ਵਰਕ ਨਹੀਂ ਕਰ ਸਕਦਾ, ਕਿਉਂਕਿ ਉਹਨੂੰ ਉਸ ਪਰਸਨ ਨੂੰ ਐਕਸਪੀਰੀਅੰਸ ਹੀ ਨਹੀਂ ਹੈ। ਤਾਂ ਇਸ ਦੇ ਨਾਲ ਕੀ ਹੋਊਗਾ ਰਾਜੇ ਕਿ ਜੋ ਆਪਣਾ ਟਾਈਮ ਹੈ ਉਹਦੀ ਵੀ ਵੇਸਟੇਜ ਹੋਊਗੀ ਅਤੇ ਐਨਰਜੀ ਦੀ ਵੀ ਵੇਸਟੇਜ ਹੋਊਗੀ। ਅਤੇ ਫਿਫਥ ਪੁਆਇੰਟ ਹੈ ਰਾਜੇ ਹੈਲਪਫੁਲ ਇਨ ਡਿਵੈਲਪਿੰਗ ਐਂਡ ਰਿਟੇਨਿੰਗ ਆਫ ਪਰਸੋਨਲ, ਕਿ ਇੱਕ ਪਰਸਨ ਦੀ ਜੋ ਇੰਟਰਨਲ ਕਪੈਸਿਟੀ ਹੈ ਉਸ ਨੂੰ ਕੀ ਕਰਦੇ ਨੇ, ਡਿਵੈਲਪ ਕਰਦੇ ਨੇ। ਅਤੇ ਇਸ ਤੋਂ ਇਲਾਵਾ ਜੋ ਉਹਨਾਂ ਦੀ ਪਰਫੋਰਮੈਂਸ ਹੈ, ਠੀਕ ਹੈ, ਪਰਫੋਰਮੈਂਸ ਦੇ ਅਕੋਰਡਿੰਗ ਉਹਨਾਂ ਦੀ ਅਗਲੀਆਂ ਅਚੀਵਮੈਂਟਸ ਦੇ ਵਿੱਚ ਵੀ ਆਪਣਾ ਪਾਰਟ ਅਦਾ ਕਰਦਾ ਹੈ। ਇਟ ਮੀਨਸ ਦੈਟ ਕਿ ਜੇ ਵਧੀਆ ਕੋਆਰਡੀਨੇਸ਼ਨ ਹੋਊਗਾ ਤਾਂ ਉਹ ਵਧੀਆ ਵਰਕ ਕਰਨਗੇ, ਅਤੇ ਹੁਣ ਜਿਹੜੇ ਪਰਸਨ ਵਧੀਆ ਵਰਕ ਕਰਦੇ ਨੇ ਉਹਨਾਂ ਦੀ ਅੱਗੇ ਪ੍ਰਮੋਸ਼ਨ ਵਗੈਰਾ ਹੋਊਗੀ, ਹੈ ਨਾ। ਅਤੇ ਇਸ ਤੋਂ ਇਲਾਵਾ ਉਹਨਾਂ ਦੇ ਜੋ ਪੇ ਸਕੇਲ ਨੇ ਉਹ ਵਧੀਆ ਹੋਣਗੇ, ਹੈ ਨਾ। ਜਿਵੇਂ ਕਿਹਾ ਜਾਂਦਾ ਨਾ ਕਿ ਕਿਸੇ ਕੰਮ ਦੇ ਵਿੱਚ ਜੇ ਆਪਾਂ ਐਕਸਪੀਰੀਅੰਸਡ ਹਾਂ ਤਾਂ ਆਪਣੀ ਕੰਪੈਰੀਜ਼ਨ, ਤਾਂ ਆਪਣੀ ਜਿਹੜੀ ਸੈਲਰੀ ਹੋਊਗੀ ਦੂਸਰੇ ਪਰਸਨ ਦੇ ਕੰਪੈਰੀਜ਼ਨ ਵੱਧ ਹੋਊਗੀ,